ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਸ਼ਾਇਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਾਹਰ ਜਿਹੜੇ ਕਿ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੁੰਦੇ ਨੇ, ਰੋਜ਼ ਸਾਡੇ ਨਾਲ ਜੁੜਦੇ ਨੇ ਤੇ ਝਾਤ ਪਾਉਂਦੇ ਨੇ, ਪੜਚੋਲ ਕਰਦੇ ਨੇ ਦਿਨ ਦੀਆਂ ਜਿਹੜੀਆਂ ਖਾਸ ਤੇ ਤਾਜ਼ੀਆਂ ਸੁਰਖੀਆਂ ਉਹਨਾਂ ਦੀ। ਸੋ ਅੱਜ ਦੇ ਜਿਹੜੇ ਸਾਡੇ ਮਾਹਰ ਮਹਿਮਾਨ ਨੇ ਉਹ ਨੇ ਜੀ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਸੰਧੂ ਹੋਰੀ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਟੂਡੀਓ ਦੇ ਵਿੱਚ। ਧੰਨਵਾਦ ਜੀ ਸ਼ਾਇਨਾ ਜੀ, ਧੰਨਵਾਦ ਜੀ। ਸੋ ਝਾਤ ਪਾ ਲੈਂਦੇ ਹਾਂ ਅੱਜ ਦੀ ਪਹਿਲੀ ਖਬਰ ਤੇ ਪਹਿਲੀ ਸੁਰਖੀ ਜਿਹੜੀ ਹੈ ਉਹ ਹੈ ਜੀ ਟੀਕਾਕਰਨ ਦੇ ਨਾਲ ਸੰਬੰਧਿਤ। ਕਰੋਨਾ ਦਾ ਟੀਕਾਕਰਨ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਭਾਰਤ ਦੇ ਵਿੱਚ। 13 ਜਨਵਰੀ ਤੋਂ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਸਿਹਤ ਮੰਤਰਾਲੇ ਦੇ ਅਨੁਸਾਰ ਵੱਡੇ ਪੱਧਰ ਤੇ ਇਹ ਟੀਕਾਕਰਨ ਕੀਤਾ ਜਾਵੇਗਾ। ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵੈਕਸੀਨ ਨਿਰਮਾਤਾ ਨੇ ਉਹ ਰਲ ਮਿਲ ਕੇ ਇਸ ਟੀਕਾਕਰਨ 'ਚ ਹਿੱਸਾ ਲੈਣਗੇ। ਕਿਸ ਤਰ੍ਹਾਂ ਵੇਖਦੇ ਹੋ ਇਸ ਸਾਰੀ ਖਬਰ ਨੂੰ? ਸ਼ਾਇਨਾ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ 1 ਸਾਲ ਜਿਹੜਾ ਉਹ ਹੋ ਗਿਆ ਹੈ ਜੀ। ਦੇਸ਼ ਕਰੋਨਾ ਦੇ ਵਿਰੁੱਧ ਸੰਘਰਸ਼ ਕਰ ਰਿਹਾ ਹੈ। ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਜੀ। ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਸ਼ਾਇਦ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਉਹਨੂੰ ਪੂਰਾ ਕਰਨਾ ਵੀ ਔਖਾ ਹੋਏਗਾ ਜੀ। ਔਰ ਹੁਣ ਕਿਉਂਕਿ ਇਸ ਗੱਲ ਦੇ ਉੱਤੇ ਨਜ਼ਰਾਂ ਲੱਗੀਆਂ ਹੋਈਆਂ ਸੀ ਦੇਸ਼ ਦੀਆਂ ਵੀ ਤੇ ਦੁਨੀਆ ਦੀਆਂ ਵੀ ਕਿ ਕਦੋਂ ਇਸ ਸੰਬੰਧ ਦੇ ਵਿੱਚ ਅਜਿਹਾ ਕੋਈ ਸਾਡੇ ਕੋਲ ਇਲਾਜ ਉਪਲਬਧ ਹੋਵੇ ਜਿਹਦੇ ਨਾਲ ਇਸ ਘਾਤਕ ਮਹਾਮਾਰੀ ਨੂੰ, ਬਿਮਾਰੀ ਨੂੰ ਨੱਥ ਪਾਈ ਜਾ ਸਕੇ ਔਰ ਇਹਦੇ ਤੋਂ ਆਪਣੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਤਾਂ ਕਿ ਉਹ ਖੁੱਲ੍ਹ ਦਿਲੀ ਨਾਲ ਔਰ ਆਮ ਵਾਂਗ ਜਿਹੜਾ ਆਪਣਾ ਕਾਰ ਵਿਹਾਰ ਆ ਉਹ ਕਰ ਸਕਣ। ਉਹ ਇੰਤਜ਼ਾਰ ਹੁਣ ਲੱਗਦਾ ਹੈ ਕਿ ਖਤਮ ਹੋ ਰਿਹਾ ਹੈ ਕਿਉਂਕਿ ਦੇਸ਼ ਦੇ ਵਿੱਚ 2 ਅਜਿਹੇ ਟੀਕੇ ਵਿਕਸਿਤ ਕੀਤੇ ਗਏ ਆ। ਭਾਵੇਂ ਉਹਨਾਂ ਵਿੱਚੋਂ ਇੱਕ ਟੀਕਾ ਜਿਹੜਾ ਉਹ ਆਕਸਫੋਰਡ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ, ਦੂਜਾ ਸ਼ੁੱਧ ਰੂਪ ਵਿੱਚ ਜਿਹੜਾ ਉਹ ਸਾਡੇ ਆਪਣੇ ਦੇਸ਼ ਦੀ ਪੈਦਾਵਾਰ ਹੈ ਜਿਹੜਾ ਟੀਕਾ। ਉਹ ਦੋਵੇਂ ਜਿਹੜੇ ਟੀਕੇ ਉਹ ਤਿਆਰ ਹੈ ਔਰ ਉਹਨਾਂ ਦੇ ਸਾਰੇ ਟਰਾਇਲ ਹੋ ਚੁੱਕੇ ਹੈ, ਉਹਨਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ ਔਰ ਉਮੀਦ ਜਿਹੜੀ ਹੈ ਉਹ ਜ਼ਾਹਰ ਕੀਤੀ ਜਾ ਰਹੀ ਹੈ ਕਿ 13 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ। ਇਸ ਸੰਬੰਧ ਦੇ ਵਿੱਚ ਕੇਂਦਰ ਸਰਕਾਰ ਨੇ ਇਹ ਫੈਸਲਾ ਕਰਨਾ ਹੈ ਕਿ ਉਹ 11 ਤੋਂ ਸ਼ੁਰੂ ਕਰਦੇ ਨੇ ਕਿ 12 ਤੋਂ ਕਿ 13 ਤੋਂ ਕਿ 14 ਤੋਂ, ਇਸ ਤਰੀਕ ਦਾ ਫੈਸਲਾ ਕਰਨਾ ਹੈ। ਬਾਕੀ ਸਾਰਾ ਕੁਝ ਜਿਹੜਾ ਉਹਦੇ ਵਾਸਤੇ ਤਿਆਰ ਕਰ ਲਿਆ ਗਿਆ ਹੈ। ਸਾਰੇ ਪ੍ਰਬੰਧ ਜਿਹੜੇ ਉਹ ਪੂਰੇ ਕਰ ਲਏ ਗਏ ਹਨ ਔਰ ਇਹ ਵੀ ਕਿਹਾ ਗਿਆ ਕਿ ਸ਼ੁਰੂ ਦੇ ਵਿੱਚ ਜਿਹੜਾ ਇਹ ਟੀਕਾ ਹੈ 3 ਕਰੋੜ ਦੇ ਲਗਭਗ ਉਹਨਾਂ ਲੋਕਾਂ ਨੂੰ ਲਾਇਆ ਜਾਵੇਗਾ ਜਿਹੜੇ ਸਿਹਤ ਦੇ ਨਾਲ ਜੁੜੇ ਹੋਏ ਸਿਹਤ ਕਰਮਚਾਰੀ ਜਾਂ ਫਰੰਟ ਲਾਈਨ ਜਿਹੜੇ ਕਰਮਚਾਰੀ ਨੇ ਜਿਹੜੇ ਇਸ ਸੰਬੰਧ ਵਿੱਚ ਅੱਗੇ ਹੋ ਕੇ ਕੰਮ ਕਰਦੇ ਰਹੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਜਿਹੜਾ ਟੀਕਾ ਲਾਇਆ ਜਾਏਗਾ। ਉਸ ਤੋਂ ਬਾਅਦ ਫਿਰ ਉਹਨਾਂ ਲੋਕਾਂ ਨੂੰ ਲਾਇਆ ਜਾਏਗਾ ਜਿਹੜੇ ਕੁਝ ਹੋਰ ਬਿਮਾਰੀਆਂ ਦੇ ਰੋਗਾਂ ਦੇ ਪਹਿਲਾਂ ਹੀ ਸ਼ਿਕਾਰ ਨੇ ਜਾਂ ਉਮਰ ਦੇ ਜਿਹੜੇ 50 ਸਾਲ ਪੂਰੇ ਕਰ ਚੁੱਕੇ ਨੇ, 60 ਸਾਲ ਪੂਰੇ ਕਰ ਚੁੱਕੇ ਨੇ, ਉਹਨਾਂ ਲੋਕਾਂ ਨੂੰ ਲਾਇਆ ਜਾਵੇਗਾ। ਇਹਨਾਂ ਦੋਨਾਂ ਪੜਾਵਾਂ ਦੇ ਵਿੱਚ 30 ਕਰੋੜ ਜਿਹੜਾ ਟੀਕਾਕਰਨ ਉਹ ਕੀਤਾ ਜਾਣਾ ਹੈ ਔਰ ਸਾਰੀਆਂ ਜਿਹੜੀਆਂ ਟੀਮਾਂ ਸਿਹਤ ਕਰਮਚਾਰੀ ਜਿਹੜੇ ਉਹ ਰਲ ਮਿਲ ਕੇ ਇਹਦੇ ਵਿੱਚ ਕੰਮ ਕਰਨਗੇ ਔਰ ਹਰੇਕ ਜਗ੍ਹਾ ਦੇ ਉੱਤੇ ਇਹਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਬਕਾਇਦਾ ਸਰਕਾਰ ਨੇ ਕਿਹਾ ਕਿ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਜਿਸ ਵੀ ਨਾਗਰਿਕ ਨੇ ਟੀਕਾ ਲਗਵਾਉਣ ਲਈ ਸੰਬੰਧਿਤ ਕੇਂਦਰ ਦੇ ਵਿੱਚ ਜਾਣਾ ਹੈ ਉਹਨੂੰ ਆਪਣੇ ਨਾਲ ਇੱਕ ਸ਼ਨਾਖਤੀ ਕਾਰਡ ਜਿਹੜਾ ਉਹ ਲੈ ਕੇ ਜਾਣਾ ਪਵੇਗਾ, ਫੋਟੋ ਵਾਲਾ ਕਾਰਡ, ਜਿਸ ਤੋਂ ਇਹ ਪਤਾ ਲੱਗੇਗਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਰਜਿਸਟ੍ਰੇਸ਼ਨ ਕਰਾਈ ਹੈ ਔਰ ਇਹਨੂੰ ਟੀਕਾ ਲੱਗਣਾ ਹੈ, ਤਾਂ ਕਿ ਉਹ ਪਤਾ ਲੱਗ ਸਕੇ ਕਿ ਹੁਣ ਤੱਕ ਕਿੰਨੇ ਲੋਕ ਜਿਹੜੇ ਸੀ ਕਿਸ ਇਲਾਕੇ ਦੇ ਕਿਸ ਪਤੇ 'ਤੇ ਰਹਿਣ ਵਾਲੇ ਕੌਣ ਲੋਕ ਜਿਹੜੇ ਸੀ ਉਹ ਇਹ ਟੀਕਾ ਲਗਵਾ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਇੱਕ ਸੁਖਾਵੇਂ ਭਵਿੱਖ ਦੀ ਜਿਹੜੀ ਸ਼ੁਰੂਆਤ ਹੋਏਗੀ ਇਸ ਟੀਕਾਕਰਨ ਤੋਂ ਬਾਅਦ ਔਰ ਲੋਕ ਹਾਲਾਂਕਿ ਸਮਝਦੇ ਹਾਂ ਅਸੀਂ ਕਿ ਲੋਕ ਪਹਿਲਾਂ ਵੀ ਕਾਫੀ ਹੱਦ ਤੱਕ ਇਸ ਦਹਿਸ਼ਤ ਤੋਂ ਕੁਛ ਕਿਤੇ ਨਾ ਕਿਤੇ ਰਿਲੀਫ ਜਿਹੜੀ ਉਹ ਮਹਿਸੂਸ ਕਰ ਰਹੇ ਆ ਕਿਉਂਕਿ ਹੁਣ ਸਿਹਤਮੰਦ ਹੋਣ ਵਾਲਿਆਂ ਦੀ ਜਿਹੜੀ ਪ੍ਰਤੀਸ਼ਤ ਉਹ ਬਹੁਤ ਜ਼ਿਆਦਾ ਵੱਧ ਗਈ ਹੈ। 96-97% ਲੋਕ ਜਿਹੜੇ ਉਹ ਸਿਹਤਮੰਦ ਹੋ ਰਹੇ ਆ ਔਰ ਜਿਹੜੇ ਪੀੜਤ ਲੋਕ ਆ ਰਹੇ ਆ ਜਿਨ੍ਹਾਂ ਦੇ ਵਿੱਚ ਇਹਦੇ ਸੰਕਰਮਣ ਪਾਏ ਜਾਂਦੇ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਮੁਕਾਬਲਤਨ ਅਸੀਂ ਦੇਖਦੇ ਰਹੇ ਕਿ 90,000 1 ਲੱਖ ਤੱਕ ਵੀ ਰੋਜ਼ ਦੇ ਜਿਹੜੇ ਮਰੀਜ਼ ਆਉਂਦੇ ਰਹੇ ਆ। ਹੁਣ ਉਹਨਾਂ ਦੀ ਗਿਣਤੀ 16-17 ਹਜ਼ਾਰ ਦੇ ਕਰੀਬ ਜਿਹੜੀ ਉਹ ਰਹਿ ਗਈ ਹੈ। ਉਸ ਪਾਸਿਓਂ ਵੀ ਕੁਝ ਲੋਕ ਸੁਖਾਵਾਂਪਣ ਜਿਹੜਾ ਉਹ ਮਹਿਸੂਸ ਕਰ ਰਹੇ ਨੇ ਔਰ ਆਪਣੇ ਕੰਮਾਂ ਧੰਦਿਆਂ 'ਤੇ ਨਿਕਲ ਰਹੇ ਨੇ। ਦੂਜੇ ਪਾਸੇ ਹੁਣ ਜਦੋਂ ਇਹ ਟੀਕਾਕਰਨ ਹੋ ਜਾਵੇਗਾ ਇਹਦੇ ਨਾਲ ਲੋਕਾਂ ਨੂੰ ਜਿਹੜੀ ਆ ਉਹ ਬੜੀ ਵੱਡੀ ਰਾਹਤ ਮਿਲੇਗੀ ਤੇ ਲੋਕ ਇਸ ਦਹਿਸ਼ਤ ਤੋਂ ਪੱਕੇ ਤੌਰ 'ਤੇ ਮੁਕਤ ਹੋ ਜਾਣਗੇ ਜੀ। ਸੰਧੂ ਸਾਹਿਬ, ਜਿਹੜਾ ਵਿਸ਼ਵ ਪੱਧਰ 'ਤੇ ਜੇ ਗੱਲ ਕਰੀਏ ਕਰੋਨਾ ਦਾ ਵਿਸਥਾਰ ਹਾਲੇ ਵੀ ਜਾਰੀ ਹੈ। ਇੰਗਲੈਂਡ ਵਿੱਚ ਮਿਲੇ ਨਵੇਂ ਸਟ੍ਰੇਨ ਦੇ ਚੱਲਦਿਆਂ ਜਿਹੜੇ ਉਹਨਾਂ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਆਉਣਾ ਸੀ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ। ਬੋਰਿਸ ਜੌਨਸਨ ਦਾ ਭਾਰਤ ਦੌਰਾ ਜਿਹੜਾ ਉਹ ਰੱਦ ਹੋ ਗਿਆ ਹੈ। ਕੀ ਹੈ ਪੂਰੀ ਖਬਰ?
ਦਸੰਬਰ ਦੇ ਵਿੱਚ ਉਹਨਾਂ ਨੂੰ ਇਹ ਸੱਦਾ ਦਿੱਤਾ ਗਿਆ ਸੀ ਭਾਰਤ ਵੱਲੋਂ ਕਿ ਉਹ ਜਿਹੜੀ 26 ਜਨਵਰੀ ਗਣਤੰਤਰ ਦਿਵਸ ਹੈ ਸਾਡਾ, ਉਹਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਜੀ। ਔਰ ਉਹਨਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇਹ ਸੱਦਾ ਬਕਾਇਦਾ ਤੌਰ ਤੇ ਕਬੂਲ ਕਰ ਲਿਆ ਸੀ ਔਰ ਉਹਨਾਂ ਦੀ ਜਿਹੜੀ ਯਾਤਰਾ ਸੀ ਉਹਨੂੰ ਵੀ ਲਗਭਗ ਅੰਤਮ ਰੂਪ ਦੇ ਦਿੱਤੇ ਗਏ ਸਨ। ਔਰ ਅਖੀਰਲੇ ਪੜਾਅ ਦੇ ਉੱਤੇ ਆ ਗਏ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਉੱਥੇ ਜਿਹੜਾ ਕੋਵਿਡ ਦਾ ਨਵਾਂ ਰੂਪ ਹੈ, ਕਰੋਨਾ ਦਾ ਨਵਾਂ ਰੂਪ ਹੈ, ਉਹਨੇ ਬਹੁਤ ਜ਼ਿਆਦਾ ਦਹਿਸ਼ਤ ਮਚਾਈ ਹੈ। ਬਹੁਤ ਸਾਰੇ ਲੋਕ ਜਿਹੜੇ ਉਹਦੇ ਤੋਂ ਪੀੜਤ ਪਾਏ ਗਏ, ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਤੇ ਇਸ ਕਰਕੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੋਰਿਸ ਜੌਨਸਨ ਨੇ ਇਹ ਸੰਦੇਸ਼ ਜਿਹੜਾ ਭਾਰਤ ਸਰਕਾਰ ਤੱਕ ਪਹੁੰਚਾਇਆ ਕਿ ਇਹੋ ਜਿਹਾ ਮੌਕਾ ਜਦੋਂ ਦੇਸ਼ ਦੇ ਵਿੱਚ ਹੈ, ਦੇਸ਼ ਦੇ ਵਿੱਚ ਸੰਕਟਕਾਲੀਨ ਹਾਲਤ ਬਣੀ ਹੋਈ ਹੈ, ਲੋਕਾਂ ਦੇ ਉੱਤੇ ਇਸ ਤਰ੍ਹਾਂ ਦਾ ਖਤਰਾ ਜਿਹੜਾ ਉਹ ਨਵੇਂ ਕੋਵਿਡ ਦਾ ਉਹ ਮੰਡਰਾ ਰਿਹਾ, ਤਾਂ ਅਜਿਹੀ ਸਥਿਤੀ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਦੇਸ਼ ਛੱਡ ਕੇ ਜਾਣਾ ਜਿਹੜਾ ਉਹ ਉਚਿਤ ਨਹੀਂ। ਹਾਲਾਂਕਿ ਉਹਨਾਂ ਨੇ ਇਹ ਭਰੋਸਾ ਵੀ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਹਾਲਾਤ ਜਿਹੜੇ ਸੁਖਾਵੇਂ ਹੋ ਜਾਣਗੇ ਉਹ ਭਾਰਤ ਦੀ ਯਾਤਰਾ ਕਰਨੀ ਜਿਹੜੀ ਉਹ ਪਸੰਦ ਕਰਨਗੇ, ਭਾਰਤ ਵਿੱਚ ਆਉਣਾ ਪਸੰਦ ਕਰਨਗੇ, ਕਿਉਂਕਿ ਦੋਹਾਂ ਦੇਸ਼ਾਂ ਦੇ ਜਿਹੜੇ ਆਪਸੀ ਸੰਬੰਧ ਹੈ ਕਾਫੀ ਲੰਬੇ ਸਮੇਂ ਤੋਂ ਬਹੁਤ ਵਧੀਆ ਚੱਲੇ ਆ ਰਹੇ ਹੈ। ਕਿਸੇ ਕਿਸਮ ਦਾ ਇਹਨਾਂ ਦੇ ਵਿੱਚ ਕੋਈ ਜਿਹੜਾ ਤਣਾਅ ਜਾਂ ਤਕਰਾਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਔਰ ਉਹਨਾਂ ਨੂੰ ਕਿਉਂਕਿ ਜਦੋਂ ਦੇਸ਼ਾਂ ਦੇ ਮੁਖੀ ਆਪਸ ਵਿੱਚ ਮਿਲਦੇ ਨੇ ਤੇ ਉਹਦੇ ਵਿੱਚ ਬੜਾ ਕੁਝ ਆਦਾਨ ਪ੍ਰਦਾਨ ਹੁੰਦਾ ਹੈ, ਬੜਾ ਕੁਝ ਜਿਹੜੇ ਉਹ ਫੈਸਲੇ ਲੈ ਜਾਂਦੇ ਨੇ ਜਿਹੜੇ ਦੋਹਾਂ ਦੇਸ਼ਾਂ ਦੇ ਹਿੱਤ ਵਿੱਚ ਹੁੰਦੇ ਨੇ, ਇੱਕ ਦੂਜੇ ਨਾਲ ਸਹਿਯੋਗ ਦੇ ਕਦਮ ਜਿਹੜੇ ਉਹ ਚੁੱਕੇ ਜਾਂਦੇ ਨੇ। ਇਸ ਕਰਕੇ ਉਹਨਾਂ ਨੇ ਇਹ ਕਿਹਾ ਹੈ ਕਿ ਜੇ ਹੁਣ ਮੈਂ ਨਹੀਂ ਆ ਸਕਦਾ ਗਣਤੰਤਰ ਦਿਵਸ ਦੀ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਨਹੀਂ ਕਰ ਸਕਦਾ, ਤਾਂ ਨਜ਼ਦੀਕੀ ਭਵਿੱਖ ਦੇ ਵਿੱਚ ਉਹ ਭਾਰਤ ਦਾ ਜਿਹੜਾ ਦੌਰਾ ਉਹ ਜ਼ਰੂਰ ਕਰਨਗੇ। ਜੀ, ਰੁਕ ਕਰ ਲੈਂਦੇ ਹਾਂ ਅਗਲੀ ਖਬਰ ਦੇ ਵੱਲ। ਖੇਤੀ ਬਿੱਲ ਨੂੰ ਲੈ ਕੇ ਜਿਹੜਾ ਸਰਕਾਰ ਤੇ ਕਿਸਾਨਾਂ ਦੇ ਵਿੱਚ ਗੱਲਬਾਤ ਲਗਾਤਾਰ ਜਾਰੀ ਹੈ, ਪਰ ਹਾਲੇ ਤੱਕ ਕੋਈ ਸਿੱਟਾ ਜਿਹੜਾ ਉਹ ਨਿਕਲਿਆ ਨਹੀਂ ਹੈ, ਪਰ ਫਿਰ ਵੀ ਆਸ਼ਾ ਦੀ ਕਿਰਨ ਜਿਹੜੀ ਉਹ ਕਿਤੇ ਨਾ ਕਿਤੇ ਹੈਗੀ ਹੈ। ਪੂਰੀ ਖਬਰ ਕਿਸ ਤਰ੍ਹਾਂ ਦੇਖਦੇ ਹੋ, ਕੀ ਰਾਏ ਤੁਹਾਡੀ? ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਉਹਨੂੰ ਵੀ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜੀ। ਸਰਕਾਰ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਵੀ ਗੰਭੀਰ ਦਿਖਾਈ ਦੇ ਰਹੀ ਹੈ, ਚਿੰਤਤ ਦਿਖਾਈ ਦੇ ਰਹੀ ਹੈ ਔਰ ਕੋਈ ਸਰਕਾਰ ਅਜਿਹਾ ਨਹੀਂ ਚਾਹੁੰਦੀ ਕਿ ਉਹਨਾਂ ਦੇ ਰਾਜ ਪ੍ਰਬੰਧ ਦੇ ਵਿੱਚ ਇਸ ਤਰ੍ਹਾਂ ਦਾ ਡੈਡਲਾਕ ਜਿਹੜਾ ਜਾਂ ਅੜਿੱਕਾ ਉਹ ਬਣਿਆ ਰਹੇ, ਕਿਉਂਕਿ ਇਹਦੇ ਨਾਲ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਜਾਂਦੇ। ਇਸ ਕਰਕੇ ਸਰਕਾਰ ਵਾਰ-ਵਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਮੀਟਿੰਗਾਂ ਕਰਦੀ ਹੈ। ਹੁਣ ਤੱਕ ਆਪਾਂ ਦੇਖ ਰਹੇ ਹਾਂ ਕਿ 8 ਮੀਟਿੰਗਾਂ ਹੋ ਚੁੱਕੀਆਂ। ਇੱਕ ਮੀਟਿੰਗ ਜਿਹੜੀ ਹੈ ਸਭ ਤੋਂ ਪਹਿਲੀ ਉਹਦਾ ਕਿਸਾਨਾਂ ਨੇ ਬਾਈਕਾਟ ਕਰ ਦਿੱਤਾ ਸੀ। ਉਹਦੇ ਤੋਂ ਬਾਅਦ 7 ਮੀਟਿੰਗਾਂ ਦੇ ਵਿੱਚ ਜਿਹੜੀ ਉਹ ਬਕਾਇਦਾ ਗੱਲਬਾਤ ਹੋਈ ਹੈ, ਜਿਹਦੇ ਵਿੱਚ ਮੰਤਰੀ ਜਿਹੜੇ ਉਹ ਸ਼ਾਮਲ ਹੁੰਦੇ ਰਹੇ, ਸੰਬੰਧਿਤ ਖੇਤੀ ਮੰਤਰੀ, ਰੇਲਵੇ ਮੰਤਰੀ, ਹੋਰ ਮੰਤਰੀ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ। ਆਪਸ ਵਿੱਚ ਦੋਵਾਂ ਧਿਰਾਂ ਦੇ ਉਹ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉਹਦੇ ਵਿੱਚ ਜਾਂਦੇ ਰਹੇ ਹੈ। ਇਹ 1-2 ਨੁਕਤਿਆਂ ਦੇ ਉੱਤੇ ਗੱਲ ਵੀ ਇਹ ਕੀਤੀ ਗਈ ਕਿ ਜਿਵੇਂ ਪਰਾਲੀ ਸਾੜਨ ਦਾ ਮੁੱਦਾ ਸੀ, ਬਿਜਲੀ ਦਾ ਮੁੱਦਾ ਸੀ, ਕਿ ਉਹਨਾਂ ਦੇ ਉੱਤੇ ਕਿਸਾਨ ਨੇ ਕਿਹਾ ਕਿ ਠੀਕ ਹੈ ਅਸੀਂ ਸਹਿਮਤ ਹਾਂ। ਪਰ ਜਿਹੜਾ ਵੱਡਾ ਮਸਲਾ ਅਜੇ ਤੱਕ ਅੜਿਆ ਚੱਲਿਆ ਆ ਰਿਹਾ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਹ ਚਾਹੁੰਦੇ ਨੇ ਕਿ ਜਿਹੜੇ 3 ਖੇਤੀ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਬਿਲਕੁਲ ਰੱਦ ਕੀਤਾ ਜਾਵੇ। ਜਦੋਂ ਕਿ ਸਰਕਾਰ ਅੱਜ ਵੀ ਇਹ ਗੱਲ ਜਿਹੜੀ ਹੈ ਵਾਰ-ਵਾਰ ਦੁਹਰਾ ਰਹੀ ਹੈ ਔਰ ਕਿਸਾਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੇ ਨਜ਼ਰੀਏ ਤੋਂ ਕਿ ਸਰਕਾਰ ਦੇ ਨਜ਼ਰੀਏ ਵਿੱਚ ਇਹ ਜਿਹੜੇ ਖੇਤੀ ਕਾਨੂੰਨ ਨੇ 3 ਜਿਹੜੇ ਲਿਆਂਦੇ ਗਏ ਨੇ ਉਹ ਕਿਸੇ ਵੀ ਤਰ੍ਹਾਂ ਕਿਸਾਨਾਂ ਦਾ ਨੁਕਸਾਨ ਨਹੀਂ ਕਰਨਗੇ ਔਰ ਕਿਸਾਨਾਂ ਦਾ ਉਹਦੇ ਵਿੱਚ ਹਿੱਤ ਹੋਏਗਾ। ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਪੱਕੇ ਤੌਰ ਤੇ ਜਿਹੜਾ ਮੁੱਢੋਂ ਸੁੱਢੋਂ ਰੱਦ ਕਰਨਾ ਉਹ ਠੀਕ ਨਹੀਂ ਹੋਏਗਾ। ਹੁਣ ਇਹ ਜਿਹੜਾ ਅੜਿੱਕਾ ਬਣਿਆ ਹੋਇਆ ਦੋਹਾਂ ਧਿਰਾਂ ਦੇ ਵਿੱਚ, ਇਹਦੇ ਵਿੱਚੋਂ ਕੀ ਹੱਲ ਨਿਕਲਦਾ ਹੈ? ਉਮੀਦ ਤਾਂ ਇਹੀ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਵਾਰ-ਵਾਰ ਮੀਟਿੰਗਾਂ ਹੋ ਰਹੀਆਂ, ਹੁਣ 8 ਤਰੀਕ ਨੂੰ ਫੇਰ ਮੀਟਿੰਗ ਹੋਣੀ ਹੈ, ਵਾਰਤਾ ਹੋਣੀ ਹੈ, ਉਹਦੇ ਵਿੱਚ ਇਸ ਚੀਜ਼ ਬਾਰੇ ਕੋਈ ਨਵਾਂ ਫੈਸਲਾ ਜਿਹੜਾ ਦੋਹਾਂ ਪਾਸਿਆਂ ਅਪਣਾਇਆ ਜਾਂਦਾ ਜਾਂ ਕੋਈ ਨਵੇਂ ਸੁਝਾਅ ਦਿੱਤੇ ਜਾਂਦੇ ਨੇ ਜਾਂ ਕੋਈ ਨਵੀਂ ਸੋਧ ਜਾਂ ਨਵੀਂ ਤਰਮੀਮ ਜਾਂ ਕੋਈ ਨਵੀਂ ਗੱਲਬਾਤ ਉਹਦੇ ਵਿੱਚ ਜਿਹੜੀ ਉਹ ਸਾਹਮਣੇ ਲੈ ਕੇ ਆਂਦੀ ਜਾਂਦੀ ਹੈ, ਜਿਹਦੇ ਉੱਤੇ ਦੋਵੇਂ ਧਿਰਾਂ ਸਹਿਮਤ ਹੋਣ। ਜਦੋਂ ਤੱਕ ਦੋਵੇਂ ਧਿਰਾਂ ਸਹਿਮਤ ਨਹੀਂ ਹੋਣਗੀਆਂ ਉਦੋਂ ਤੱਕ ਗੱਲ ਨਹੀਂ ਬਣਦੀ। ਜੇ ਸਰਕਾਰ ਮਤਲਬ ਜਿਹੜਾ ਨੁਕਤਾ ਉਠਾਉਂਦੀ ਹੈ ਉਹਨੂੰ ਕਿਸਾਨ ਨਹੀਂ ਮੰਨਦੇ ਤੇ ਜਿਹੜਾ ਕਿਸਾਨ ਨੁਕਤਾ ਉਠਾਉਂਦੇ ਨੇ ਉਸ ਨੂੰ ਸਰਕਾਰ ਨਹੀਂ ਮੰਨਦੀ। ਜਦੋਂ ਤੱਕ ਦੋਵੇਂ ਧਿਰਾਂ ਨਹੀਂ ਇਸ ਗੱਲ ਨੂੰ ਮੰਨਣਗੀਆਂ ਉਦੋਂ ਤੱਕ ਅੰਦੋਲਨ ਦੇਖੋ ਕਿੰਨਾ ਲੰਮਾ ਚੱਲ ਗਿਆ ਔਰ ਉਹਦੇ ਵਿੱਚ ਇਸ ਦੌਰਾਨ ਕਿੰਨੇ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ। ਠੰਡ ਦਾ ਜਿਹੜਾ ਕਹਿਰ ਹੈ ਉਹ ਵੱਖਰਾ ਚੱਲ ਰਿਹਾ ਹੈ। ਇਹੋ ਜਿਹੇ ਮੌਸਮ ਦੇ ਵਿੱਚ ਵੀ ਕਿਸਾਨ ਜਿਹੜੇ ਹੈ ਉਹ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹੈ। ਉਹਨਾਂ ਨੇ ਆਪਣਾ ਟਰੈਕਟਰ ਮਾਰਚ ਕਰਨ ਦਾ ਵੀ ਐਲਾਨ ਕੀਤਾ ਹੋਇਆ, ਉਹਨਾਂ ਨੇ 26 ਜਨਵਰੀ ਨੂੰ ਵੀ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ। ਮਤਲਬ ਇਸ ਤਰ੍ਹਾਂ ਹੈ ਕਿ ਉਹ ਆਪਣੇ ਸੰਘਰਸ਼ ਨੂੰ ਅਜੇ ਉਦੋਂ ਤੱਕ ਅੱਗੇ ਤੋਂ ਅੱਗੇ ਤੋਰੀ ਜਾ ਰਹੇ ਆ ਜਦੋਂ ਤੱਕ ਉਹਨਾਂ ਦੀ ਕਿਤੇ ਸੰਤੁਸ਼ਟੀ ਨਹੀਂ ਹੁੰਦੀ ਔਰ ਸਰਕਾਰ ਜਿਹੜੀ ਆ ਉਹ ਵਾਰ-ਵਾਰ ਉਹਨਾਂ ਨੂੰ ਖੇਤੀ ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਉਹਨਾਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ
ਬੁਲਾ ਰਹੀਆਂ ਨੇ ਤਾਂ ਕਿ ਇਹ ਅੱਗੇ ਕੀਤਾ ਜਾਵੇ। ਇੱਕ ਗੱਲ ਇਹਦੇ ਪਿਛੋਕੜ ਦੇ ਵਿੱਚ ਸਾਨੂੰ ਜਿਹੜੀ ਆ ਉਹ ਸ਼ਾਇਨਾ ਜੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਖੇਤੀਬਾੜੀ ਦਾ ਜਿਹੜਾ ਖੇਤਰ ਹੈ ਇਹ ਦੇਸ਼ ਦੀ ਵੰਡ ਵੇਲੇ ਤੋਂ ਲੈ ਕੇ, ਜੇ ਆਪਾਂ ਕਹਿ ਦਈਏ ਕਿ ਆਜ਼ਾਦੀ ਦੀ ਪ੍ਰਾਪਤੀ ਵੇਲੇ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਉਹ ਕਿਸਾਨ ਇਹਦੇ ਤੋਂ ਸੰਤੁਸ਼ਟ ਨਹੀਂ ਹੋਏ, ਲਾਹੇਵੰਦ ਨਹੀਂ ਰਿਹਾ। ਬਹੁਤ ਸਾਰੀਆਂ ਸਰਕਾਰਾਂ ਹੁਣ ਤੱਕ ਆ ਚੁੱਕੀਆਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਇਹ ਤੀਜੀ ਵਾਰ ਬਣੀ। ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਰਹੀ, ਉਸ ਵੇਲੇ ਵੀ ਖੇਤੀਬਾੜੀ ਦਾ ਮਸਲਾ ਉਠਾਇਆ ਗਿਆ। ਉਹਦੇ ਤੋਂ ਬਾਅਦ 14 ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਿੱਚ ਸਰਕਾਰ ਬਣੀ, ਜਿਹੜੀ ਹੁਣ ਫਿਰ ਦੁਬਾਰਾ ਰਿਪੀਟ ਹੋਈ 19 ਦੇ ਵਿੱਚ। ਇਸ ਦੌਰਾਨ ਵੀ ਜਿਹੜਾ ਖੇਤੀਬਾੜੀ ਦਾ ਮਸਲਾ ਵਿਚਾਰਿਆ ਗਿਆ। ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਂਗੇ, ਕਿਉਂਕਿ ਕਿਸਾਨ ਜਥੇਬੰਦੀਆਂ ਬੜੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੀਆਂ ਸੀ ਕਿ ਸਾਨੂੰ ਫਸਲਾਂ ਦਾ ਉਚਿਤ ਭਾਅ ਨਹੀਂ ਮਿਲਦਾ ਔਰ ਸਾਨੂੰ ਜਿਹੜਾ ਇਹਦੇ ਵਿੱਚ ਦਿੱਕਤ ਆ ਰਹੀ ਹੈ। ਔਰ ਇਸ ਕਰਕੇ ਇਹ ਮਸਲਾ ਕਿਉਂਕਿ ਬੜੇ ਚਿਰ ਤੋਂ ਚੱਲਿਆ ਆ ਰਿਹਾ ਤੇ ਹੁਣ ਇਹਦੇ ਸੰਬੰਧ ਵਿੱਚ ਜਦੋਂ ਕੁਝ ਕਦਮ ਚੁੱਕੇ ਜਾਂਦੇ ਨੇ, ਇਹ ਜ਼ਰੂਰੀ ਗੱਲ ਹੈ ਕਿ ਉਹ ਕਦਮ ਜਿਹੜੇ ਨੇ ਇੱਕ ਧਿਰ ਜੇ ਉਹਨੂੰ ਪਸੰਦ ਕਰਦੀ, ਦੂਜੀ ਨਹੀਂ ਕਰਦੀ, ਜੇ ਦੂਜੀ ਕਰਦੀ ਤਾਂ ਉਹ ਨਹੀਂ ਕਰਦੀ। ਹੁਣ ਇਹ ਦੋਵੇਂ ਧਿਰਾਂ ਨੂੰ ਇਹਦੇ ਉੱਤੇ ਤਾਲਮੇਲ ਬਣਾਉਣਾ ਪਵੇਗਾ ਕਿ ਅਸੀਂ ਭਵਿੱਖ ਵਿੱਚ ਖੇਤੀਬਾੜੀ ਸੈਕਟਰ ਨੂੰ ਲੈ ਕੇ ਅੱਗੇ ਕਿਵੇਂ ਵਧਣਾ ਹੈ। ਖੇਤੀਬਾੜੀ ਖੁਸ਼ਹਾਲ ਹੋਵੇ, ਕਿਸਾਨ ਖੁਸ਼ਹਾਲ ਹੋਵੇ, ਦੇਸ਼ ਖੁਸ਼ਹਾਲ ਹੋਵੇ, ਉਸ ਦਿਸ਼ਾ ਵਿੱਚ ਕਦਮ ਚੁੱਕਣੇ ਪੈਣਗੇ। ਜੀ, ਅਗਲੀ ਖਬਰ ਵੱਲ ਝਾਤ ਪਾ ਲੈਂਦੇ ਹਾਂ। ਕਰੋਨਾ ਦੇ ਉੱਤੋਂ ਜੇ ਅਸੀਂ ਵੇਖਿਆ ਕਿ ਬਹੁਤ ਸਾਰੇ ਉਦਯੋਗ ਜਿਹੜੇ ਪ੍ਰਭਾਵਿਤ ਹੋਏ ਨੇ ਕਰੋਨਾ ਕਰਕੇ। ਹੁਣ ਇੱਕ ਵੱਡਾ ਖਤਰਾ ਬਣਿਆ ਹੋਇਆ ਪੋਲਟਰੀ ਉਦਯੋਗ ਤੇ, ਕਿਉਂਕਿ ਬਰਡ ਫਲੂ ਦਾ ਖਤਰਾ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ। ਬਹੁਤ ਸਾਰੇ ਰਾਜ ਜਿਹੜੇ ਨੇ ਇਸ ਤੋਂ ਪ੍ਰਭਾਵਿਤ ਹੋਏ ਨੇ। ਕੇਰਲਾ ਨੇ ਜਿਹੜਾ ਇਸ ਨੂੰ ਆਫਤ ਘੋਸ਼ਿਤ ਕਰ ਦਿੱਤਾ ਹੈ। ਪੰਜਾਬ ਤੇ ਹੋਰਨਾਂ ਸੂਬਿਆਂ ਵਿੱਚ ਵੀ ਅਲਰਟ ਜਿਹੜਾ ਉਹ ਬਰਡ ਫਲੂ ਦੇ ਕਰਕੇ ਜਾਰੀ ਹੋ ਗਿਆ। ਕਿਸ ਤਰ੍ਹਾਂ ਵੇਖਦੇ ਹੋ, ਕੀ ਤੁਹਾਡੀ ਰਾਏ ਇਸ ਬਾਰੇ? ਇਹ ਵੀ ਮੰਦਭਾਗੀ ਖਬਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਮਹਾਮਾਰੀ ਹੈ ਉਹਦੇ ਤੋਂ ਅਜੇ ਤੱਕ 100% ਜਿਹੜਾ ਛੁਟਕਾਰਾ ਪ੍ਰਾਪਤ ਨਹੀਂ ਹੋਇਆ ਜਾਂ ਨਿਜਾਤ ਨਹੀਂ ਮਿਲੀ, ਜਾਂ ਜਿਹੜੇ ਲੋਕ ਆ ਉਹਦੇ ਤੋਂ ਪੂਰੀ ਤਰ੍ਹਾਂ ਨਾਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤੇ ਦੂਜੀ ਆਫਤ ਜਿਹੜੀ ਆ ਉਹ ਦਸਤਕ ਦੇ ਰਹੀ ਹੈ। ਬਰਡ ਫਲੂ ਦੀ ਬਿਮਾਰੀ ਵੀ ਕਿਉਂਕਿ ਇਹ ਬਹੁਤ ਘਾਤਕ ਹੈ, ਜਾਨਵਰਾਂ ਤੋਂ ਫੈਲਦੀ ਹੈ ਔਰ ਇਸ ਤੋਂ ਬਾਅਦ ਅੱਗੇ ਇਨਸਾਨਾਂ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੋਲਟਰੀ ਇਕੱਲੇ ਪੋਲਟਰੀ ਦੇ ਜਿਹੜੇ ਜਾਨਵਰ ਹੈ ਉਹਨਾਂ ਉੱਤੇ ਨਹੀਂ, ਇਹਦੇ ਆਸੇ-ਪਾਸੇ ਹੋਰ ਵੀ ਲੱਛਣ ਦੇਖਣ ਨੂੰ ਆਏ ਆ। ਜਿੱਦਾਂ ਬੀਤੇ ਦਿਨ ਜਿਹੜਾ ਪੌਂਗ ਡੈਮ ਆ ਉੱਥੇ ਕਿਹਾ ਗਿਆ ਕਿ ਕੁਝ ਬਹੁਤ ਸਾਰੇ ਜਿਹੜੇ ਪ੍ਰਵਾਸੀ ਪੰਛੀ ਸੀਗੇ ਉਹ ਵੀ ਮਾਰੇ ਗਏ ਆ। ਔਰ ਕਈ ਥਾਵਾਂ ਤੋਂ ਜਿਹੜਾ ਇਹਨਾਂ ਦੇ ਪੰਛੀਆਂ ਦੇ ਮਾਰੇ ਜਾਣ ਦੀਆਂ ਜਿਹੜੀਆਂ ਖਬਰਾਂ ਮਿਲੀਆਂ ਉਹ ਉਹਨਾਂ ਦੇ ਮਾਹਰਾਂ ਦੇ ਧਿਆਨ ਵਿੱਚ ਆਏ ਆ, ਜਿਸ ਨੂੰ ਲੈ ਕੇ ਫਿਰ ਸਰਕਾਰ ਜਿਹੜੀ ਆ ਉਹ ਗੰਭੀਰਤਾ ਨਾਲ ਇਸ ਮਸਲੇ 'ਤੇ ਲੱਗੀ ਹੈ ਕਿ ਕਿਤੇ ਇਸ ਦੀ ਲਪੇਟ ਵਿੱਚ ਲੋਕ ਨਾ ਆ ਜਾਣ। ਔਰ ਲੋਕਾਂ ਨੂੰ ਇਹ ਨਾਲ ਦੀ ਨਾਲ ਹੀ ਕਿਹਾ ਗਿਆ ਕਿ ਤੁਸੀਂ ਸਾਵਧਾਨੀ ਵਰਤੋ ਇਸ ਮਾਮਲੇ ਵਿੱਚ। ਪੋਲਟਰੀ ਪ੍ਰੋਡਕਟ ਜਿਹੜੇ ਆ ਉਹਨਾਂ ਦੇ ਸੰਦਰਭ ਵਿੱਚ ਤੁਸੀਂ ਧਿਆਨ ਰੱਖੋ ਔਰ ਇਸ ਬਿਮਾਰੀ ਤੋਂ ਜਿਸ ਤਰ੍ਹਾਂ ਦੇ ਨਾਲ ਵੀ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਰੱਖਣ ਦੀ ਕੋਸ਼ਿਸ਼ ਕਰੋ, ਬਚਾਅ ਕਰਨ ਦੀ ਕੋਸ਼ਿਸ਼ ਕਰੋ। ਔਰ ਇਸ ਦਾ ਇਲਾਜ ਜਿਹੜਾ ਉਹ ਵੀ ਲੱਭਣ ਦੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾਵੇ। ਇਹਦਾ ਇਲਾਜ ਇਹੋ ਹੀ ਹੈ, ਜਿਹੜੇ ਪੰਛੀ ਜਿਹੜੇ ਆ ਜਾਂ ਜਾਨਵਰ ਆ, ਪਰਿੰਦੇ ਆ ਮਾਰੇ ਗਏ ਆ, ਉਸ ਤੋਂ ਇਹ ਹੈ ਕਿ ਇਹ ਅੱਗੇ ਹੋਰ ਕਿਸੇ ਖੇਤਰ ਵਿੱਚ ਜ਼ਿਆਦਾ ਭਿਆਨਕ ਰੂਪ ਵਿੱਚ ਨਾ ਫੈਲ ਜਾਵੇ। ਹਜੇ ਕੁਝ ਸਟੇਟਾਂ ਤੱਕ ਹੀ ਸੀਮਿਤ ਹੈ, ਬਾਅਦ ਵਿੱਚ ਬਾਕੀ ਸਟੇਟਾਂ ਤੱਕ ਵੀ ਇਹ ਜਿਹੜੀ ਹੈ ਅੱਗੇ ਫੈਲ ਸਕਦੀ ਹੈ। ਉਸ ਸੰਬੰਧ ਵਿੱਚ ਉਹਨੂੰ ਫੈਲਣ ਤੋਂ ਜਿਹੜਾ ਉਹ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ। ਸਰਕਾਰ ਇਸ ਮਾਮਲੇ ਦੇ ਵਿੱਚ ਆਪਣੇ ਲੋੜੀਂਦੇ ਕਦਮ ਜਿਹੜੀ ਹੈ ਉਹ ਚੁੱਕ ਰਹੀ ਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ। ਜੀ, ਅਗਲੀ ਖਬਰ ਵੱਲ ਝਾਤ ਪਾਉਂਦੇ ਹਾਂ। ਚੀਨ ਜਿਹੜਾ ਆਪਣੇ ਸਖਤ ਰਵੱਈਏ ਕਰਕੇ ਜਾਣਿਆ ਜਾਂਦਾ ਹੈ ਔਰ ਆਪਣੇ ਨਾਗਰਿਕਾਂ 'ਤੇ ਵੀ ਕਿਸ ਤਰ੍ਹਾਂ ਉਹ ਸਖਤ ਰਵੱਈਆ ਅਪਣਾਉਂਦਾ ਹੈ, ਇਸ ਦੀ ਇੱਕ ਜੀਦਾ ਜਾਗਦਾ ਜਿਹੜਾ ਐਗਜ਼ਾਮਪਲ ਸਾਡੇ ਸਾਹਮਣੇ ਆਇਆ ਹੈ। ਚੀਨੀ ਅਰਬਪਤੀ ਤੇ ਅਲੀਬਾਬਾ ਗਰੁੱਪ ਦੇ ਜਿਹੜੇ ਮਾਲਕ ਨੇ ਜੈਕ ਮਾ, ਉਹਨਾਂ 'ਤੇ ਇੱਕ ਬਹੁਤ ਵੱਡੀ ਆਫਤ ਆ ਗਈ ਹੈ। ਉਹ ਇਸ ਕਰਕੇ ਕਿ ਉਹਨਾਂ ਨੇ ਚੀਨੀ ਵਿੱਤੀ ਨੀਤੀਆਂ ਦੀ ਆਲੋਚਨਾ ਕੀਤੀ ਸੀ, ਬੈਂਕਾਂ ਦੀ ਆਲੋਚਨਾ ਕੀਤੀ ਸੀ ਤੇ ਕਿਹਾ ਜਾ ਰਿਹਾ ਚੀਨੀ ਮੀਡੀਆ ਦੇ ਮੁਤਾਬਕ ਉਹਨਾਂ ਨੂੰ ਸਰਕਾਰ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈ। ਕਿਸ ਤਰ੍ਹਾਂ ਹੈ ਇਹ ਪੂਰੀ ਖਬਰ, ਕੀ ਵੇਖਦੇ ਹੋ ਉਸ ਨੂੰ? ਬਹੁਤ ਵੱਡੇ ਕਾਰੋਬਾਰੀ ਹੈ, ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਹੈ ਚੀਨ ਦੇ ਵਿੱਚ ਔਰ ਉਹਨਾਂ ਦਾ ਪੂਰੇ ਦੇਸ਼ ਦੇ ਵਿੱਚ ਨਾਂ ਹੈ ਜੀ। ਉਹਨਾਂ ਨੇ ਗੱਲ ਸਿਰਫ ਇਹ ਕਹੀ ਸੀ ਕਿ ਬੈਂਕਾਂ ਨੂੰ ਕਿਹਾ ਸੀ ਕਿ ਇਹ ਜਿਹੜੇ ਨੇ ਇਹ ਸੂਦਖੋਰਾਂ ਵਰਗਾ ਵਿਹਾਰ ਜਿਹੜਾ ਉਹ ਕਰ ਰਹੇ ਨੇ। ਸੂਦਖੋਰਾਂ ਦਾ ਉਹਨਾਂ ਦਾ ਕਹਿਣ ਦਾ ਸ਼ਾਇਦ ਭਾਵ ਇਹ ਸੀਗਾ ਕਿ ਕੋਈ ਵੀ ਚੀਜ਼ ਗਿਰਵੀ ਰੱਖੇ ਤੋਂ ਬਗੈਰ ਕਿਸੇ ਕਾਰੋਬਾਰੀ ਨੂੰ, ਕਿਸੇ ਉਦਯੋਗਪਤੀ ਨੂੰ ਉਹ ਕੋਈ ਜਿਹੜਾ ਕਰਜ਼ਾ ਉਹ ਨਹੀਂ ਦਿੰਦੇ। ਇਹ ਇੱਕ ਤਰ੍ਹਾਂ ਦੇ ਨਾਲ ਬੈਂਕਾਂ ਦੀ ਆਲੋਚਨਾ ਸੀ। ਬੈਂਕਾਂ ਤੋਂ ਬਾਅਦ ਇਹ ਸਰਕਾਰੀ ਨੀਤੀਆਂ ਦੀ ਆਲੋਚਨਾ ਸੀ, ਕਿਉਂਕਿ ਜਿਹੜੇ ਚੀਨ ਦੇ ਵਿੱਚ ਬੈਂਕ ਕੰਮ ਕਰਦੇ ਨੇ, ਕਿਤੇ ਵੀ ਜਿਹੜੇ ਬੈਂਕ ਕੰਮ ਕਰਦੇ ਨੇ, ਉਹਨਾਂ ਦੇ ਪਿੱਛੇ ਸਰਕਾਰ ਦੀਆਂ ਨੀਤੀਆਂ ਕੰਮ ਕਰ ਰਹੀਆਂ ਹੁੰਦੀਆਂ ਨੇ।
ਸਰਕਾਰੀ ਹਦਾਇਤਾਂ ਦੇ ਮੁਤਾਬਕ ਹੀ ਉਹਨਾਂ ਨੂੰ ਜਿਹੜੇ ਕਰਜ਼ੇ ਦੇਣੇ ਪੈਂਦੇ ਨੇ, ਉਹਦੇ ਅਨੁਸਾਰ ਹੀ ਉਹਨਾਂ ਨੂੰ ਵਿਆਜ ਦਰਾਂ ਨਿਸ਼ਚਿਤ ਕਰਨੀਆਂ ਪੈਂਦੀਆਂ ਨੇ, ਉਹਦੇ ਅਨੁਸਾਰ ਹੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਵਸੂਲੀ ਕਰਨੀ ਪੈਂਦੀ ਹੈ। ਔਰ ਜਦੋਂ ਉਹਨਾਂ ਨੇ ਇਸ ਗੱਲ ਨੂੰ 2 ਮਹੀਨੇ ਹੋ ਗਏ, ਹਾਲਾਂਕਿ ਪਹਿਲਾਂ ਇਹ ਕਿਹਾ ਗਿਆ ਸੀ ਕਿ ਉਹ 2 ਮਹੀਨਿਆਂ ਤੋਂ ਲਾਪਤਾ ਨੇ। ਫਿਰ ਹੁਣ ਸਰਕਾਰੀ ਮੀਡੀਆ ਨੇ ਜਿਹੜਾ ਉਹ ਇਹ ਖਬਰ ਦਿੱਤੀ ਹੈ ਕਿ ਉਹ ਲਾਪਤਾ ਨਹੀਂ, ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਔਰ ਉਹਨਾਂ ਦੇ ਵਿਦੇਸ਼ ਜਾਣ ਦੇ ਉੱਤੇ ਵੀ ਪਾਬੰਦੀ ਲਾਈ ਗਈ ਹੈ ਕਿ ਉਹ ਜਦੋਂ ਤੱਕ ਇਸ ਮਾਮਲੇ ਦਾ ਨਿਪਟਾਰਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਬਾਹਰ ਕਿਤੇ ਨਹੀਂ ਜਾ ਸਕਦੇ। ਔਰ ਉਹਨਾਂ ਨੂੰ ਇਸ ਗੱਲ ਲਈ ਜਿਹੜਾ ਉਹ ਜਿਹੜੇ ਅਪਰਤੱਖ ਤੌਰ ਤੇ ਆਪਾਂ ਕਹੀਏ ਉਹ ਇਹੀ ਉਹਨਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜੀ ਇਹ ਆਲੋਚਨਾ ਕੀਤੀ ਗਈ ਹੈ, ਸ਼ਾਇਦ ਇਹਦਾ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਮਾੜਾ ਪ੍ਰਭਾਵ ਪਵੇਗਾ ਕਿ ਚੀਨ ਦੇ ਵਿੱਚ ਜਿਹੜੇ ਅਦਾਰੇ ਨੇ ਉਹ ਕਿਸ ਢੰਗ ਦੇ ਨਾਲ ਕੰਮ ਕਰਦੇ ਨੇ, ਉਹ ਠੀਕ ਕੰਮ ਨਹੀਂ ਕਰਦੇ। ਜਦੋਂ ਕਿਸੇ ਅਦਾਰੇ ਦਾ, ਕਿਸੇ ਕਾਰੋਬਾਰ ਦਾ ਇਹ ਅਕਸ ਵਿਗੜਦਾ, ਉਹਦੇ ਨਾਲ ਸਰਕਾਰ ਦਾ ਅਕਸ ਵਿਗੜਦਾ। ਔਰ ਸਰਕਾਰ ਜਿਹੜੀ ਆ ਉਹ ਇਹ ਨਹੀਂ ਚਾਹੁੰਦੀ ਕਿ ਕਿਸੇ ਢੰਗ ਦੇ ਨਾਲ ਕੌਮਾਂਤਰੀ ਪੱਧਰ ਦੇ ਉੱਤੇ ਉਹਨਾਂ ਦਾ ਅਕਸ ਵਿਗੜੇ, ਤੇ ਇਸ ਕਰਕੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਪਰ ਹੁਣ ਭਵਿੱਖ ਵਿੱਚ ਉਹਨਾਂ ਦਾ ਕੀ ਫੈਸਲਾ ਹੁੰਦਾ ਹੈ ਜਾਂ ਇਸ ਦਾ ਜਿਹੜਾ ਸੰਦੇਸ਼ ਗਿਆ ਉਹ ਤਾਂ ਸਾਰੇ ਚੀਨ ਦੇ ਵਿੱਚ ਚਲਾ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਗੱਲ ਕਰਨੀ ਹੈ, ਅੱਗੇ ਤੋਂ ਆਲੋਚਨਾ ਕਰਨੀ ਹੈ ਕਿ ਨਹੀਂ ਕਰਨੀ। ਪਰ ਉਹਨਾਂ ਦੇ ਨਾਲ ਕੀ ਜਿਹੜਾ ਭਾਣਾ ਵਾਪਰਦਾ ਉਹ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ। ਸੰਸਦ ਦਾ ਬਜਟ ਸੈਸ਼ਨ 29 ਤੋਂ ਸ਼ੁਰੂ ਹੋ ਸਕਦਾ ਹੈ ਜੀ। 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ। ਕੀ ਹੈ ਪੂਰੀ ਖਬਰ? ਆਮ ਤੌਰ ਤੇ ਜਿਹੜਾ ਪਹਿਲਾਂ ਬਜਟ ਸੈਸ਼ਨ ਸੀਗਾ ਉਹ ਮਾਰਚ ਵਿੱਚ ਹੁੰਦਾ ਸੀ। ਇਸ ਵਾਰੀ ਇਹਨੂੰ 2 ਪੜਾਵਾਂ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਗਿਆ ਹੈ। ਇੱਕ ਪਹਿਲਾ ਪੜਾਅ ਜਿਹੜਾ ਉਹ 29 ਤੋਂ ਲੈ ਕੇ 15 ਤੱਕ ਕੀਤਾ ਜਾਵੇਗਾ, 15 ਮਾਰਚ ਤੱਕ ਕੀਤਾ ਜਾਵੇਗਾ। ਉਸ ਤੋਂ ਬਾਅਦ ਫਿਰ ਉਹਨੂੰ ਬਾਅਦ ਦੇ ਵਿੱਚ ਜਿਹੜਾ ਉਹ ਦੂਜਾ ਪੜਾਅ ਜਿਹੜਾ ਉਹਦਾ ਉਹ ਕੀਤਾ ਜਾਵੇਗਾ। ਔਰ ਇਹਦੇ ਵਿੱਚ ਜਿਹੜਾ ਬਜਟ ਆ ਉਹ ਪੇਸ਼ ਕੀਤਾ ਜਾਣਾ ਹੈ। ਪਹਿਲਾਂ ਜਿਹੜੇ ਸਾਡੇ ਰਾਸ਼ਟਰਪਤੀ ਹੈ ਉਹ ਦੋਵਾਂ ਸਦਨਾਂ ਦੀ ਸਾਂਝੀ ਜਿਹੜੀ ਮੀਟਿੰਗ ਆ ਉਹਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਇਹਦੇ ਵਿੱਚ ਇਹ ਵਿਚਾਰ ਕੀਤਾ ਜਾਵੇਗਾ ਕਿ ਦੇਸ਼ ਦੇ ਵਿੱਚ ਆਉਣ ਵਾਲੇ ਸਾਲ ਵਿੱਚ ਕੀ ਨੀਤੀਆਂ ਅਪਣਾਈਆਂ ਜਾਣੀਆਂ, ਕਿੰਨਾ ਪੈਸਾ ਜਿਹੜਾ ਉਹ ਕਿੱਥੋਂ ਆਵੇਗਾ, ਕਿਸ ਪਾਸੇ ਜਿਹੜਾ ਉਹ ਪੈਸਾ ਖਰਚ ਹੋਵੇਗਾ। ਕਿਉਂਕਿ ਕਿਸੇ ਵੀ ਦੇਸ਼ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਜਟ ਦੇ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਕਿਸ ਕੰਮ ਲਈ ਕਿੰਨਾ ਪੈਸਾ ਰੱਖਿਆ, ਕਿੱਥੋਂ ਅਸੀਂ ਜਿਹੜੇ ਸਰੋਤ ਹੈ ਪੈਸੇ ਦੇ ਉਹ ਪੈਦਾ ਕਰਾਂਗੇ, ਕਿੱਥੋਂ ਸਾਡੇ ਕੋਲ ਪੈਸਾ ਆਵੇਗਾ ਤੇ ਕਿਸ ਢੰਗ ਦੇ ਨਾਲ ਅਸੀਂ ਪੈਸਾ ਕਿਸ ਮਦ ਦੇ ਉੱਤੇ ਖਰਚ ਕਰਾਂਗੇ। ਬਜਟ ਦੇ ਉੱਤੇ ਬਹੁਤ ਸਾਰਾ ਜਿਹੜਾ ਉਹ ਦਾਰੋਮਦਾਰ ਹੁੰਦਾ ਹੈ ਔਰ ਕਿਸੇ ਬਜਟ ਤੋਂ ਹੀ ਕਿਸੇ ਦੇਸ਼ ਦੀ ਜਿਹੜੀ ਹੈ ਸਥਿਤੀ ਜਾਂ ਕਿਸੇ ਦੇਸ਼ ਦੀ ਖੁਸ਼ਹਾਲੀ ਜਾਂ ਦੇਸ਼ ਦੀ ਆਰਥਿਕ ਹਾਲਤ ਜਿਹੜੀ ਹੈ ਉਹ ਬਜਟ ਤੋਂ ਹੀ ਉਹਦਾ ਪਤਾ ਲੱਗਦਾ ਹੈ ਕਿ ਉਹਦੀ ਕੀ ਸਥਿਤੀ ਹੈ। ਸੋ ਇਸ ਕਰਕੇ ਬਜਟ ਵਿੱਚ ਕੀ ਆਉਂਦਾ ਹੈ, ਕੀ ਰੱਖਿਆ ਜਾਂਦਾ ਹੈ, ਕੀ ਪੇਸ਼ ਕੀਤਾ ਜਾਂਦਾ ਹੈ, ਇਹ ਜਦੋਂ ਬਜਟ ਪੇਸ਼ ਹੋਏਗਾ ਉਸ ਤੋਂ ਬਾਅਦ ਹੀ ਉਹਦੇ ਬਾਰੇ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਰ ਦੇਸ਼ ਕਿਉਂਕਿ ਇਸ ਵੇਲੇ ਗੰਭੀਰ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਹੈ ਤੇ ਉਸ ਢੰਗ ਦੇ ਨਾਲ ਹੀ ਜਿਹੜੇ ਸਾਰੇ ਦੇਸ਼ ਵਾਸੀ ਉਹ ਸੋਚ ਰਹੇ ਨੇ ਕਿ ਬਜਟ ਵਿੱਚ ਕੋਈ ਇਸ ਤਰ੍ਹਾਂ ਦੀ ਰਾਹਤ ਮਿਲੇ, ਕਿਉਂਕਿ ਆਮ ਲੋਕਾਂ ਦਾ ਵੀ ਨੁਕਸਾਨ ਹੋਇਆ, ਕਾਰੋਬਾਰੀਆਂ ਦਾ ਨੁਕਸਾਨ ਵੀ ਹੋਇਆ ਹੈ, ਦੁਕਾਨਦਾਰਾਂ ਦਾ, ਸਰਕਾਰੀ ਅਦਾਰਿਆਂ ਦਾ, ਸਭ ਦਾ ਕਿਤੇ ਨਾ ਕਿਤੇ ਜਿਹੜਾ ਉਹ ਨੁਕਸਾਨ ਹੋਇਆ। ਉਹਨਾਂ ਦੀ ਪੂਰਤੀ ਕਿਸ ਤਰ੍ਹਾਂ ਕਰਨੀ ਹੈ, ਇਹ ਨਜ਼ਰਾਂ ਹੁਣ ਇਸ ਵੇਲੇ ਬਜਟ ਉੱਤੇ ਲੱਗੀਆਂ ਰਹਿਣਗੀਆਂ। ਸੋ ਅੱਜ ਦੀ ਆਖਰੀ ਖਬਰ ਦੇ ਉੱਤੇ ਝਾਤ ਪਾਉਂਦੇ ਹਾਂ, ਗੱਲ ਕਰ ਲੈਂਦੇ ਹਾਂ ਮੌਸਮ ਦੀ। ਸੰਧੂ ਸਾਹਿਬ, ਮੌਸਮ ਦੀ ਜੇ ਗੱਲ ਕਰੀਏ ਤਾਂ ਜਿਹੜਾ ਪਹਾੜੀ ਇਲਾਕੇ ਨੇ, ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਜਾਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਭਾਰੀ ਬਰਫ਼ਬਾਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਜਨਜੀਵਨ ਜਿਹੜਾ ਉੱਥੋਂ ਦਾ ਅਸਤ ਵਿਅਸਤ ਹੋ ਚੁੱਕਾ ਹੈ। ਨਾਲ ਦੀ ਨਾਲ ਪਹਾੜਾਂ ਦੀ ਬਰਫ਼ਬਾਰੀ ਕਰਕੇ ਉੱਤਰੀ ਭਾਰਤ ਵਿੱਚ ਵੀ ਠੰਡ ਅਤੇ ਧੁੰਦ ਜਿਹੜਾ ਕਹਿਰ ਹੈ ਉਹ ਜਾਰੀ ਹੈ। ਕੀ ਹਾਲਾਤ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ? ਪਿਛਲੇ 24 ਘੰਟਿਆਂ 'ਚ ਨਹੀਂ, ਸਗੋਂ ਆਪਾਂ ਕਹਿ ਸਕਦੇ ਕਿ 48 ਘੰਟਿਆਂ ਦੇ ਵਿੱਚ ਜਿਹੜੀ ਬਰਫ਼ਬਾਰੀ ਹੈ ਉਹ ਪੈਣੀ ਸ਼ੁਰੂ ਹੋਈ ਔਰ ਇੰਨੀ ਭਿਆਨਕ ਬਰਫ਼ਬਾਰੀ ਪਈ ਕਿ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਕਿਸਮ ਦਾ ਬਰਫ਼ ਦਾ ਜਿਹੜਾ ਕਰਫਿਊ ਲੱਗਿਆ। ਕਰਫਿਊ ਇਹਨੂੰ ਇਸ ਕਰਕੇ ਕਹਿ ਸਕਦੇ ਬਰਫ਼ ਦਾ ਕਿ ਇੰਨੀ ਜ਼ਿਆਦਾ ਬਰਫ਼ ਪਈ ਹੈ ਕਿ ਲੋਕਾਂ ਦੀ ਆਵਾਜਾਈ ਜਿਹੜੀ ਉਹ ਠੱਪ ਹੋ ਕੇ ਰਹਿ ਗਈ। ਖਾਸ ਕਰਕੇ ਜੰਮੂ ਕਸ਼ਮੀਰ ਜਿਹੜਾ ਉਹਦਾ ਨੈਸ਼ਨਲ ਹਾਈਵੇ ਹੈ, ਜਿਹੜਾ ਰਾਸ਼ਟਰੀ ਰਾਜਮਾਰਗ ਹੈ, ਉਹ ਬੰਦ ਹੋ ਗਿਆ। ਉਹਦੇ 'ਤੇ ਇੰਨੀ ਜ਼ਿਆਦਾ ਬਰਫ਼ ਜੰਮ ਗਈ ਕਿ ਉਹਨੂੰ ਹਟਾਉਣ ਨੂੰ ਕਾਫੀ ਸਮਾਂ ਲੱਗੇਗਾ। ਔਰ ਉੱਥੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਕਿ 50,000 ਤੋਂ ਵੱਧ ਜਿਹੜੇ ਵਾਹਨ ਹੈ ਉਹ ਸੜਕ ਦੇ ਉੱਤੇ ਫਸੇ ਹੋਏ ਹੈ, ਜਿਨ੍ਹਾਂ ਦੀ ਜਿਹੜੀ ਮੂਵਮੈਂਟ ਆ ਉਹ ਇੱਕ ਤਰ੍ਹਾਂ ਨਾਲ ਰੁਕ ਗਈ ਹੈ। ਜਦੋਂ ਜਿਹੜੇ ਵਾਹਨ ਜਾਂ ਢੋਆ ਢੁਆਈ ਦੇ ਸਾਧਨ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਲੈ ਕੇ ਜਾਣਾ, ਚੀਜ਼ਾਂ ਵਸਤਾਂ ਲੈ ਕੇ ਜਾਣੀਆਂ ਜਿਹੜੀਆਂ ਕਿ ਰੋਜ਼ਾਨਾ ਜ਼ਰੂਰਤ ਦੀਆਂ ਵਸਤਾਂ ਹੁੰਦੀਆਂ ਉਹਨਾਂ ਦੇ ਵਿੱਚ, ਉਹ ਨਹੀਂ ਜਾਂਦੀਆਂ ਤੇ ਅੱਗੇ ਜੀਵਨ ਦੇ ਉੱਤੇ ਅਸਰ ਪੈਂਦਾ ਹੈ, ਲੋਕਾਂ ਦੇ ਉੱਤੇ ਅਸਰ ਪੈਂਦਾ ਹੈ ਔਰ ਉਹ ਲੋਕ ਜਿਹੜੇ ਆ ਉਹ ਇਹਦੇ ਨਾਲ ਪ੍ਰਭਾਵਿਤ ਹੁੰਦੇ ਆ। ਇਸ ਕਰਕੇ ਉਸ ਬਰਫ਼ ਨੂੰ ਹਟਾਉਣ 'ਚ, ਆਵਾਜਾਈ ਨੂੰ ਬਹਾਲ ਕਰਨ ਦੇ ਵਿੱਚ ਜਿੰਨਾ ਸਮਾਂ ਲੱਗੇਗਾ ਉਹਨਾਂ ਅੱਗੇ ਦੇ ਲੋਕਾਂ ਵਾਸਤੇ ਵੀ ਜਿਹੜਾ ਉਹ ਸੰਕਟ ਬਣਿਆ ਰਹੇਗਾ। ਸੋ ਉਮੀਦ ਇਹ ਹੀ ਹੁੰਦੀ ਹੈ ਕਿ ਮੌਸਮ ਜਿਹੜਾ ਉਹ ਸਾਫ਼ ਹੋਵੇ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਬਰਫ਼ਬਾਰੀ ਤੋਂ ਲੋਕਾਂ ਨੂੰ ਛੁਟਕਾਰਾ ਮਿਲੇ ਔਰ ਜਿਹੜੇ ਇਸ ਤਰ੍ਹਾਂ
ਲੋਕ ਫਸੇ ਹੋਏ ਆ, ਜਿਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਆ, ਕੰਮ ਧੰਦਾ ਜਿਹੜਾ ਜਿਨ੍ਹਾਂ ਦਾ ਉਹ ਰੁਕ ਗਿਆ ਹੈ, ਉਹ ਆਪਣੇ ਕਾਰੋਬਾਰ ਜਿਹੜੇ ਆ ਉਹ ਠੀਕ ਢੰਗ ਦੇ ਨਾਲ ਕਰ ਸਕਣ। ਜੰਮੂ ਕਸ਼ਮੀਰ ਦੇ ਵਿੱਚ, ਹਿਮਾਚਲ ਦੇ ਵਿੱਚ ਕਿਉਂਕਿ ਬਰਫ਼ਬਾਰੀ ਬਹੁਤ ਜ਼ਿਆਦਾ ਹੋਈ ਹੈ, ਉਹਦੇ ਨਾਲ ਜਿਹੜੀ ਸੀਤ ਲਹਿਰ ਹੈ ਉੱਤਰੀ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਸੀਤ ਲਹਿਰ ਜਿਹੜੀ ਉਹ ਫੈਲ ਗਈ ਹੈ। ਉਹਦੇ ਨਾਲ ਇਹ ਹੁੰਦਾ ਕਿ ਸਾਰੀਆਂ ਥਾਵਾਂ ਦੇ ਉੱਤੇ ਹੀ ਜਦੋਂ ਇੰਨੀ ਜ਼ਿਆਦਾ ਸਰਦੀ ਪੈਂਦੀ, ਇੰਨੀ ਜ਼ਿਆਦਾ ਸੀਤ ਲਹਿਰ ਹੁੰਦੀ ਹੈ ਤਾਂ ਉਹਦਾ ਜਿਹੜਾ ਸਾਰੇ ਉਹ ਕੰਮ ਪ੍ਰਭਾਵਿਤ ਹੁੰਦੇ ਹੈ। ਸੋ ਲੋਕ ਇਹਦੇ ਵਿੱਚ ਸਾਵਧਾਨੀ ਵਰਤ ਸਕਦੇ ਆ, ਹੋਰ ਕੁਝ ਨਹੀਂ ਕਰ ਸਕਦੇ। ਬਾਕੀ ਸਾਰਾ ਕੁਝ ਜਿਹੜਾ ਉਹ ਕੁਦਰਤ ਦੇ ਵੱਸ ਹੈ। ਬਿਲਕੁਲ ਜੀ। ਸੋ ਸੰਧੂ ਸਾਹਿਬ, ਇਸੇ ਖਬਰ ਦੇ ਨਾਲ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਹੀ ਮੁੱਕਦਾ ਹੈ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਨੂੰ ਇੰਨੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਸਾਡੇ ਨਾਲ ਜੁੜੇ ਰਹਿਣ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਧੰਨਵਾਦ।